ਉਹਨਾਂ ਨੂੰ ਸਾਰੇ ਗੁਰਦਿਆਂ ਦਾ ਮਸਲਾ ਸੀ। ਇੱਕ ਗੁਰਦਾ ਡੈਡ ਹੋ ਗਿਆ ਸੀ, ਇੱਕ ਚੌਥਾ ਹਿੱਸਾ ਚੱਲਦਾ ਸੀ। ਉਹ ਹੁਣ ਇਸਲਾਮਾਬਾਦ ਲੈ ਕੇ ਗਿਆ। ਉੱਥੇ ਉਹ ਜਦੋਂ ਪੈਰ ਜਿਹਾ ਬੋਲਦੇ ਆ ਆਵਾਜ਼ ਕੰਨ ਮਾਰ ਕੇ ਉਹ ਨਹੀਂ ਪਏ। ਇੱਕ ਸਬੱਬ ਬਹਾਨਾ ਸੀ ਘਰ ਤੋਂ ਆਉਣ ਦਾ। ਇੱਥੇ ਆਇਆ ਮੇਰੇ ਵੀਰਾਂ ਨੇ ਕਿਹਾ ਕਿ ਉੱਥੇ ਦਰੂਦ ਪਾ ਕੇ ਉੱਥੇ ਲੈ ਕੇ ਇੱਥੇ ਲੈ ਕੇ ਆਏ ਉਹਨਾਂ ਦੇ ਵੱਲੋਂ ਕਰਮ ਦਾ ਬਿਲਕੁਲ ਠੀਕ ਮਤਲਬ। ਅੱਛਾ, ਡਾਕਟਰਾਂ ਨੇ ਕੀ ਦੱਸਿਆ ਸੀ ਕਿ ਇਹਨਾਂ ਦਾ ਇਲਾਜ ਕੀ ਹੋਏਗਾ? ਉਹਨਾਂ ਨੇ ਕਿਹਾ ਜੀ ਗੁਰਦੇ ਵਾਸ਼ ਹੋਣਗੇ। ਗੁਰਦੇ ਖਤਮ ਹੋ ਗਏ ਨੇ? ਹਾਂਜੀ, ਗੁਰਦੇ ਵਾਸ਼ ਹੋਣਗੇ। ਅੱਛਾ, ਕਿੰਨੀ ਕੁ ਦੇਰ ਤੋਂ ਬਿਮਾਰ ਸਨ? ਇਹ ਤਕਰੀਬਨ 8 ਸਾਲ ਤੋਂ ਬਿਮਾਰ ਸੀ। 8-9 ਸਾਲ। 8 ਸਾਲਾਂ 'ਚ ਮੁਸਲਸਲ ਦਵਾਈ ਸ਼ਵਾਈ ਦਾਰੂ ਕਰ ਰਹੇ? ਹਾਂਜੀ। ਕੋਈ ਪੈਸਾ ਕੋਈ ਅੰਦਾਜ਼ਨ ਕਿੰਨਾ ਕੁ ਲੱਗ ਗਿਆ? ਪੈਸਾ ਕਾਫੀ ਲੱਗ ਗਿਆ, ਪਰ ਏਦਾਂ ਦਮ ਵੀ ਕਰਾਏ, ਪਰ ਨਹੀਂ ਜੋ ਇੱਥੇ ਦਮ ਹੋਇਆ ਨਾ ਉਹਦੇ ਨਾਲ ਜਿੱਤੋਂ ਹਰ ਚੀਜ਼ ਦੀ ਸਾਡੀ ਮਸਲਾ ਹੱਲ ਹੋ ਸਕੂਨ ਹੋ ਗਿਆ। ਸਕੂਨ ਹੋ ਗਿਆ। ਮੇਰੇ ਮੋਰਿਆਂ ਦਾ ਮਸਲਾ ਸੀ ਉਹ ਹੱਲ ਹੋ ਗਿਆ। ਠੀਕ ਹੋ ਤੁਸੀਂ? ਹਾਂਜੀ, ਮੈਂ ਠੀਕ। ਤੇ ਉਹ ਹੁਣ ਉਹਨਾਂ ਨੂੰ ਪੰਜਾਬ ਦਾ ਮਸਲਾ ਬਣਿਆ ਤੇ ਉਹਦੇ ਵਾਸਤੇ ਅਸੀਂ ਆਏ ਹਾਂ। ਘਰ ਤੋਂ ਕਹਿੰਦੇ ਵੀ ਆ ਹੋ ਗਿਆ ਜੀ, ਅੱਲਾ ਕਰਮ ਕਰੇਗਾ। ਤੇ ਘਰ ਦੇ ਹੁਣ ਬੀਵੀ ਕੰਮ ਸ਼ਮ ਕਰ ਰਹੇ ਨੇ ਤੁਹਾਡੇ? ਹਾਂਜੀ, ਰੋਟੀ ਹਾਂਜੀ ਹਰ ਚਾਹ ਪਕਾਉਂਦੇ, ਸਵਾਲ ਨਾਸ਼ਤਾ ਕਰਾ ਕੇ ਦਿੰਦੇ ਸਾਨੂੰ, ਸਾਰਾ ਕੁਝ ਕਰਦੇ। ਫੋਨ ਨੰਬਰ ਦੱਸੋਗੇ ਆਪਣਾ? 0333 9933 747। ਤੇ ਇੱਥੇ ਦਾ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਦਰੂਦ ਮਾਲ ਦਾ? ਇੱਥੇ ਦਾ ਜਦੋਂ ਅਸੀਂ ਇਸਲਾਮਾਬਾਦ ਸੀ ਨਾ, ਹਾਂਜੀ, ਸਾਡੀ ਹਮਸ਼ੀਰਾ ਰਹਿੰਦੀ ਇੱਥੇ। ਅੱਛਾ। ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਰਹਿਣ ਦਿਓ, ਇਹਨੂੰ ਆਵਾਜ਼ ਕਰਾਉਣ ਨੂੰ ਤੁਸੀਂ ਇੱਥੇ ਲੈ ਕੇ ਆਓ, ਇੱਕ ਦਵਾ ਦਰੂਦ ਮਾਲ ਤੇ ਲੈ ਕੇ ਚਲੋ। ਅੱਛਾ। ਜੇ ਬਾਅਦ ਕਰਾਉਣੇ ਪਏ, ਜ਼ਰੂਰਤ ਪਈ ਤਾਂ ਕਰਾ ਲਾਂਗੇ। ਉੱਥੇ ਆਏ ਤਾਂ ਫਿਰ ਜ਼ਰੂਰਤ ਹੀ ਨਹੀਂ ਪਈ। ਜ਼ਰੂਰਤ ਨਹੀਂ ਪਈ? ਹਾਂਜੀ। ਘਰ ਤੇ ਬਿਲਕੁਲ ਠੀਕ ਨੇ? ਹਾਂਜੀ ਹਾਂਜੀ। ਕੋਈ ਹਸਪਤਾਲ ਜਾਣ ਦੀ ਲੋੜ ਤੇ ਨਹੀਂ ਪਈ? ਨਹੀਂ। ਦਵਾਈ ਸ਼ਵਾਈ ਖਾਣ ਦੀ ਲੋੜ ਤੇ ਨਹੀਂ ਪਈ? 7-8 ਸਾਲ ਤੋਂ ਬਿਮਾਰ ਸਨ ਬੀਵੀ ਇਹਨਾਂ ਦੇ। ਡਾਕਟਰ ਨੇ ਕਿਹਾ ਜੀ ਗੁਰਦੇ ਖਤਮ ਹੋ ਗਏ ਨੇ। 7-8 ਸਾਲਾਂ 'ਚ ਹਜ਼ਾਰਾਂ ਨਹੀਂ ਲੱਖਾਂ ਰੁਪਇਆ ਲੱਗਿਆ ਹੋਣਾ। ਕਹਿੰਦੇ ਨੇ ਸਕੂਨ ਨਾ ਮਿਲਿਆ। ਇੱਥੇ ਆਏ ਨੇ ਜ਼ਿਕਰੇ ਮੁਸਤਫਾ ਦਾ ਸਦਕਾ ਕੋਈ 2 ਮਹੀਨੇ ਗੁਜ਼ਰ ਚੁੱਕੇ ਨੇ, 7 ਦਮ ਪੂਰੇ ਹੋਏ। ਅੱਲਾ ਨੇ ਸਕੂਨ ਅਤਾ ਫਰਮਾਤਾ। ਇਹ ਕਿੰਨੀ ਦੇਰ ਪਹਿਲੋਂ ਆਏ ਸੀ ਤੁਸੀਂ? ਇਹ ਪਹਿਲੋਂ ਤਕਰੀਬਨ 3 ਮਹੀਨੇ ਪਹਿਲੋਂ ਆਏ। 3 ਮਹੀਨੇ? 3 ਮਹੀਨੇ ਪਹਿਲੇ ਦੀ ਗੱਲ ਹੈ। ਤੇ ਬੀਵੀ ਇਹਨਾਂ ਦੀ ਹੁਣ ਤੱਕ ਕਾਇਮ ਨੇ, ਕੰਮ ਸ਼ਮ ਕਰ ਰਹੇ ਨੇ। ਅੱਲਾ ਨੇ ਹਜ਼ੂਰ ਦੇ ਨਾਮ ਦਾ ਸਦਕਾ ਸਕੂਨ ਅਤਾ ਫਰਮਾਤਾ। ਉਹਨਾਂ ਨੂੰ ਨਾਲ ਲੈ ਕੇ ਆਇਆ। ਉਹ ਕਹਿੰਦੇ ਮੈਂ ਦਮ ਕਰਾ ਕੇ ਫੇਰ ਜਾਣਾ। ਮਾਸ਼ਾਅੱਲਾ, ਅੱਲਾਹ ਬਰਕਤਾਂ ਦੇ। ਹੁਣ ਟੋਪੀ ਪਾ ਦਈਏ ਤੁਹਾਨੂੰ? ਪਾ ਦੋ। ਤੇ ਤੁਸੀਂ ਸਾਡੇ ਬਾਜ਼ੂ ਬਣ ਜਾਓ ਇਨਸ਼ਾਅੱਲਾ। ਸਿਰ ਲੈ ਜੇ ਇਹ ਨਾ ਲਵੇ ਹੈ ਇਨਸ਼ਾਅੱਲਾ। ਤੇ ਲੋਕਾਂ ਦੀ ਰਹਿਨਮਾਈ ਕਰਦੇ ਰਹਿਣਾ। ਖਾਸ ਕਰ ਜਿਹੜੇ ਪੈਸੇ ਲਾ ਕੇ ਜਿਨ੍ਹਾਂ ਦੀ ਬੱਸ ਹੋ ਗਈ ਹੈ। ਕਿਉਂਕਿ ਜਦੋਂ ਕੋਈ ਆ ਕੇ ਕਹਿੰਦਾ ਨਾ ਮੈਂ ਲੱਖਾਂ ਰੁਪਇਆ ਲਾ ਲਿਆ, ਮੈਨੂੰ ਬੜੀ ਖੁਸ਼ੀ ਹੁੰਦੀ, ਮੈਨੂੰ ਠੰਡ ਪੈ ਜਾਂਦੀ ਹੈ। ਭਲਾ ਕਿਉਂ ਪੈਂਦੀ ਹੈ? ਤੁਸੀਂ ਪਰੇਸ਼ਾਨ ਹੋਵੋਗੇ ਕੀ ਚੱਕਰ ਹੈ ਕਿ ਜਦੋਂ ਮੈਨੂੰ ਕੋਈ ਆ ਕੇ ਕਹਿੰਦਾ ਨਾ ਕਿ ਮੈਂ ਲੱਖਾਂ ਰੁਪਇਆ ਲਾ ਲਿਆ, ਮੇਰੀ ਬੱਸ ਹੋ ਗਈ ਹੈ, ਤੇ ਜਦੋਂ ਇਸ ਤਰ੍ਹਾਂ ਦਾ ਬੰਦਾ ਹੁੰਦਾ ਨਾ ਮੇਰਾ ਦਿਲ ਖੁਸ਼ ਹੋ ਜਾਂਦਾ। ਫਿਰ ਜਦੋਂ ਕੋਈ ਕਹਿੰਦਾ ਨਾ ਕਿ ਮੈਂ ਬਾਬਿਆਂ ਨੂੰ 1000 ਰੁਪਇਆ ਦਿੱਤਾ, 5000, 10000 ਦਿੱਤਾ, ਫਿਰ ਉਸ ਤੋਂ ਹੋਰ ਜ਼ਿਆਦਾ ਖੁਸ਼ੀ ਹੁੰਦੀ, ਦਿਲ ਬਾਗ ਹੋ ਜਾਂਦਾ, ਦਿਲ 'ਚ ਫੁੱਲ ਝੜੀਆਂ ਮੱਚਦੀਆਂ ਨੇ। ਕਿਉਂ? ਇਸ ਤੋਂ ਕਿ ਮੱਛੀ ਨੇ ਹੁਣ ਪੱਥਰ ਚੱਕ ਲਿਆ ਤੇ ਇਹਨੇ ਸਾਰੀ ਜ਼ਿੰਦਗੀ ਦਰੂਦ ਪੜ੍ਹਦੇ ਰਹਿਣਾ। ਪੈਸਾ ਲਾ ਇਹਦੀ ਬੱਸ ਹੋ ਗਈ ਹੈ, ਇਹਨੇ ਹੁਣ ਨਹੀਂ ਛੱਡਣਾ। ਸੱਲੱਲਾਹੁ ਅਲੈਹਿ ਵਸੱਲਮ। ਖੁਸ਼ੀ ਹੋਣੀ ਚਾਹੀਦੀ ਹੈ ਨਾ, ਕਿਉਂਕਿ ਜਿਹੜਾ ਰੱਜਿਆ ਬੰਦਾ ਨਾ ਉਹਨੂੰ ਤੇ ਤੁਸੀਂ ਕਹੋ ਨਾ ਨਮਾਜ਼ ਪੜ੍ਹੋ, ਕਹਿੰਦਾ ਤੂੰ ਕੀ ਖਟਿਆ ਹੈ, ਮੈਂ ਕਾਰੋਬਾਰ ਚਲਾਵਾਂ ਕਿ ਨਮਾਜ਼ਾਂ ਪੜ੍ਹਾਂ। ਐਸੇ ਅੱਲਾ ਦੇ ਤਾਰੇ ਹੋਏ ਬੰਦੇ ਨੇ ਜਿਹੜੇ ਚੰਗੇ ਫਿੱਟੇ ਨੇ ਨਾ ਮਾਲਦਾਰ, ਉਹਨਾਂ ਨੂੰ ਇਸ ਪਾਸੇ ਕਹੋ ਕਹਿੰਦੇ ਜਾਣ ਦੇ ਵੀ ਆਰਾਮ ਆਉਂਦਾ। ਪਰ ਯਕੀਨ ਕਰੋ ਜਦੋਂ ਉਹਨਾਂ ਦੀ ਹਵਾ ਨਿਕਲ ਜਾਂਦੀ ਹੈ ਨਾ, ਫਿਰ ਕਹਿ ਰਹੇ ਹੁੰਦੇ ਯਾਰ ਇੱਕ ਵਾਰੀ ਦਮ ਕਰਵਾ ਦਿਓ, ਇੱਕ ਵਾਰੀ ਲੈ ਜਾਓ, ਪਰਾਡੋ ਕੋਠੀ ਬੰਗਲਾ ਹਰ ਸ਼ਿਆ, ਪਰ ਕਹਿੰਦੇ ਇੱਕ ਵਾਰੀ ਦਮ ਕਰਵਾ ਦਿਓ। ਕਿਉਂਕਿ ਜਦੋਂ ਮੱਛੀ ਪੱਥਰ ਚੱਟ ਲੈਂਦੀ ਹੈ ਨਾ, ਫਿਰ ਵਾਪਸ ਇੰਝ ਹੀ ਹੈ ਨਾ। ਤੇ ਪੱਥਰ ਚੱਟ ਕੇ ਜਿਹੜਾ ਆਉਂਦਾ ਨਾ, ਪੈਸੇ ਸ਼ੈਸੇ ਲਾ ਕੇ, ਮਾਲ ਲਾ ਕੇ, ਤੇ ਉਹਨੂੰ ਉਹਦੇ ਆਉਣ ਨਾਲ ਖੁਸ਼ੀ ਇਸ ਤੋਂ ਹੁੰਦੀ ਹੈ ਕਿ ਯਾਰ ਹੁਣ ਇਹਨੇ ਸਾਰੇ ਰਾਹ ਵੇਖ ਲੈਣੇ, ਇਹਨੂੰ ਹੁਣ ਦਰੂਦ ਪੜ੍ਹਨਾ ਤੇ ਇਹਨੇ ਠੀਕ ਹੋ ਜਾਣਾ। ਇਹਨੇ ਇਨਸ਼ਾਅੱਲਾ ਸਾਰੇ ਇਲਾਕੇ ਨੂੰ, ਸਾਰੇ ਖਾਨਦਾਨ ਨੂੰ ਕੀ ਪੜਨ ਤੇ ਲਾ ਦੇਣਾ? ਸੱਲੱਲਾਹੁ ਅਲਾ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ। ਬਰਕਤਾਂ ਅਤਾ।